नमस्कार, खबरां ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਾਂ ਤਰਨਜੀਤ ਕੌਰ। ਪਹਿਲਾਂ ਪੇਸ਼ ਨੇ ਚੋਣਵੀਆਂ ਖਬਰਾਂ। ਪੰਜਾਬ ਵਿਧਾਨ ਸਭਾ ਚੋਣਾਂ ਲਈ ਅੱਜ ਜੇਪੀ ਨੱਡਾ ਤੇ ਰਾਜਨਾਥ ਸਿੰਘ ਅਤੇ ਰਾਹੁਲ ਗਾਂਧੀ ਤੇ ਪ੍ਰਿयंका ਗਾਂਧੀ ਨੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕੀਤੀਆਂ ਚੋਣ ਰੈਲੀਆਂ। ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਅਸ਼ਵਨੀ ਕੁਮਾਰ ਨੇ ਕਾਂਗਰਸ ਪਾਰਟੀ ਤੋਂ ਦਿੱਤਾ ਅਸਤੀਫਾ। शोर प्रदूषण के मामले में मुख्य चोण अधिकारी वालों ਵੱਖ-ਵੱਖ पार्टियां ਨੂੰ 12 नोटिस जारी। ਤੇ श्री गुरु रविदास जी के प्रकाश पुरब मौके जलंधर समेत पंजाब में कई थाई शानदार शोभा यात्रावां का किया गया प्रबंध। ते हुण खबरां विस्तार नाल। पंजाब विच विधान सभा चोणां लई चोण प्रचार इन्हीं दिनी पूरी तरह भखिया होया है। ਅੱਜ सूबे विच बीजेपी के कौमी प्रधान जेपी नड्डा, सीनियर आगू ते रक्षा मंत्री राजनाथ सिंह तो इलावा कांग्रेस के सीनियर आगू राहुल गांधी ते जनरल सकत्तर प्रियंका गांधी ने ਵੱਖ-ਵੱਖ ਜ਼ਿਲ੍ਹਿਆਂ विच चोण रैलियां नूं संबोधन किया। बठिंडा जिले के मौड़ मंडी विच पार्टी उम्मीदवार के हक विच अज एक चोण रैली नूं संबोधन करदिआं भारतीय जनता पार्टी के कौमी प्रधान जेपी नड्डा ने कहा कि उन्हां दी पार्टी समाज के हर वर्ग की भलाई लई वचनबद्ध है। उन्हां कहा कि किसानां दी भलाई लई जो कुछ प्रधानमंत्री नरेंद्र मोदी ने कीता है वो इस तो पहलां किसी भी प्रधानमंत्री ने नहीं कीता। ठीक है, किसान के नाम पर राजनीति करने वाले लोग बहुत, लेकिन किसानों का भला करने वाला जो प्रधानमंत्री मोदी जी ने किया वो किसी ने नहीं किया है। मैं दावे की चोट पर आज मौड़ में आकर के आपको बताना चाहता हूं, किसी ने नहीं किया। आप बताइए, 180 लाख करोड़ रुपए खर्च करके 180 लाख करोड़ रुपए खर्च करके 10 करोड़ 50 लाख किसानों के खाते में हर तीसरे महीने 2-2 हजार रुपए पहुंचाए कि नहीं पहुंचाए कि नहीं पहुंचाए। इस तरीके से और यहां पंजाब में भी इस काम को करने के लिए 23 लाख हमारे किसान भाइयों के खाते में 24,000 करोड़ रुपए पहुंचाने का काम किया। तो नरेंद्र मोदी जेपी नड्डा ने बलुआणा ਅਤੇ ਜਲਾਲਾਬਾਦ ਵਿੱਚ ਵੀ ਪਾਰਟੀ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ ਅਤੇ ਲੋਕਾਂ ਨੂੰ ਬੀਜੇਪੀ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬਹੁਜਨ ਸਮਾਜ ਪਾਰਟੀ ਦੇ ਆਗੂ ਤੇ ਪੰਜਾਬ ਦੇ ਇੰਚਾਰਜ ਬੈਨੀਵਾਲ ਦੇ ਨਾਲ ਅਸੈਂਬਲੀ ਚੋਣਾਂ ਲਈ ਅੱਜ ਚੰਡੀਗੜ੍ਹ ਵਿੱਚ ਪਾਰਟੀ ਦਾ ਚੋਣ ਮਨੋਰਥ ਪੱਤਰ ਜਾਰੀ ਕੀਤਾ। ਗੱਲ ਰਾਜ ਦੀ ਨਹੀਂ, ਗੱਲ ਪੰਜਾਬ ਦੀ ਨਾਂ ਹੇਠ ਜਾਰੀ ਇਸ ਮਨੋਰਥ ਪੱਤਰ ਵਿੱਚ ਲੋਕਾਂ ਨਾਲ ਕਈ ਵਾਅਦੇ ਕੀਤੇ ਗਏ ਨੇ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਹਰ ਪਾਰਟੀ ਆਪਣਾ ਚੋਣ ਮਨੋਰਥ ਪੱਤਰ ਜਾਰੀ ਕਰਦੀ ਹੈ, ਪਰ ਇਹ ਵੇਖਿਆ ਗਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਇਲਾਵਾ ਹੋਰ ਕਿਸੇ ਵੀ ਪਾਰਟੀ ਨੇ ਇਸ ਮਨੋਰਥ ਪੱਤਰ ਨੂੰ ਲਾਗੂ ਕਰਨ ਲਈ ਠੋਸ ਉਪਰਾਲੇ ਨਹੀਂ ਕੀਤੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਜੋ ਕਿਹਾ ਹੈ ਉਹ ਕੀਤਾ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਚੋਣਾਂ ਦੌਰਾਨ ਕਾਂਗਰਸ ਪਾਰਟੀ ਵੱਲੋਂ ਕੀਤੇ ਗਏ ਵਾਅਦੇ 5% ਵੀ ਪੂਰੇ ਨਹੀਂ ਕੀਤੇ ਗਏ ਨੇ, ਜਦਕਿ ਆਮ ਆਦਮੀ ਪਾਰਟੀ ਕਹਿੰਦੀ ਕੁਝ ਹੈ ਤੇ ਕਰਦੀ ਕੁਝ ਹੈ। ਸੁਖਬੀਰ ਬਾਦਲ ਨੇ ਆਮ ਆਦਮੀ ਪਾਰਟੀ ਨੂੰ ਪੰਜਾਬ ਵਿਰੋਧੀ ਦੱਸਿਆ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਨੇ ਬਹੁਤ ਸੋਚ ਸਮਝ ਕੇ ਮਨੋਰਥ ਪੱਤਰ ਤਿਆਰ ਕੀਤਾ ਹੈ। ਉਨ੍ਹਾਂ ਅਰਵਿੰਦ ਕੇਜਰੀਵਾਲ ਤੇ ਜਾਤ ਦੇ ਆਧਾਰ ਤੇ ਵੰਡ ਪਾਉਣ ਦਾ ਦੋਸ਼ ਲਗਾਇਆ। ਗੁਟਕਾ ਸਾਹਿਬ ਦੀਆਂ ਸੌਂਹਾਂ ਖਾ ਕੇ ਮੁੱਕਰ ਗਏ ਤੇ ਇਹਨਾਂ ਦਾ ਇੰਪਲੀਮੈਂਟੇਸ਼ਨ ਪਿਛਲਾ ਮੈਨੀਫੈਸਟੋ ਮਿਲਾ 5% ਵੀ ਨਹੀਂ ਹੋਣਾ। ਤੇ ਆਮ ਆਦਮੀ ਪਾਰਟੀ ਤਾਂ ਤੁਹਾਨੂੰ ਪਤਾ ਹੀ ਹੈ ਕਿ ਉਹ ਕਹਿੰਦੀ ਕੁਛ ਹੈ ਕਰਤੀ ਕੁਛ ਹੈ, ਐਂਟੀ ਪੰਜਾਬ ਪਾਰਟੀ ਹੈ। ਸੋ ਸ਼੍ਰੋਮਣੀ ਅਕਾਲੀ ਦਲ BSP ਨੇ ਬੜੀ ਸੋਚ ਸਮਝ ਕੇ ਜਿਸ ਚੀਜ਼ ਦੀ ਲੋੜ ਹੈ ਉਹਨੂੰ ਦੇਖ ਕੇ ਕਿਵੇਂ ਉਹ ਫਾਈਨੈਂਸ਼ੀਅਲੀ ਪੂਰਾ ਕਰਾਂਗੇ ਉਹ ਸਾਰਾ ਸਮਝ ਕੇ ਅਸੀਂ ਆਪਣਾ ਚੋਣ ਮੈਨੀਫੈਸਟੋ ਜਾਰੀ ਕੀਤਾ ਹੈ। ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਅੱਜ ਰਾਜਪੁਰਾ, ਮਾਨਸਾ ਤੇ ਬਰਨਾਲਾ ਵਿੱਚ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ। ਮਾਨਸਾ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਕਾਂਗਰਸ ਪਾਰਟੀ ਹੀ ਲੋਕਾਂ ਨੂੰ ਸਾਫ਼ ਸੁਥਰਾ ਪ੍ਰਸ਼ਾਸਨ ਦੇ ਸਕਦੀ ਹੈ ਅਤੇ ਜੋ ਕੰਮ ਕੈਪਟਨ ਅਮਰਿੰਦਰ ਸਿੰਘ ਨੇ ਨਹੀਂ ਕੀਤਾ ਉਹ ਚਰਨਜੀਤ ਸਿੰਘ ਚੰਨੀ ਨੇ ਕਰਕੇ ਦਿਖਾਇਆ ਹੈ। ਉਨ੍ਹਾਂ ਕਿਹਾ ਕਿ ਚੰਨੀ ਨੇ ਕਈ ਭਲਾਈ ਸਕੀਮਾਂ ਨੂੰ ਹੇਠਲੇ ਪੱਧਰ ਤੇ ਲਾਗੂ ਕੀਤਾ ਹੈ। केजरीवाल जी कहते हैं मोहल्ला क्लिनिक खोली हमने दिल्ली में। सच्चाई मैं आपको बताता हूं, मोहल्ला क्लिनिक शीला दीक्षित और कांग्रेस पार्टी ने खोली। और मोहल्ला क्लिनिक की सच्चाई
कोरोना के समय सिर्फ दिल्ली ने नहीं, पूरी दुनिया ने देखी है। अगर आपकी मोहल्ला क्लिनिक काम कर रही होती तो लोग सड़क पे बिना ऑक्सीजन, कोई गाड़ी में, कोई जमीन पर मर क्यों ना था? जब लोगों को वेंटिलेटर की जरूरत थी तो आपकी मोहल्ला क्लिनिक कहां गई? जब ऑक्सीजन की जरूरत थी, मोहल्ला क्लिनिक कहां गई? इस मौके पंजाब कांग्रेस प्रधान नवजोत सिंह सिद्धू ਅਤੇ कई होर आगू भी मौजूद सन। आम आदमी पार्टी के कन्वीनर अरविंद केजरीवाल ने अज लुधियाना विच पार्टी उम्मीदवारों के हक विच चोण प्रचार किया। उन्होंने दावा किया कि आम आदमी पार्टी वड्डे बहुमत नाल पंजाब विच अपनी सरकार बनाएगी। उन्होंने कहा कि पंजाब एक सरहदी सूबा है जिस विच अमन शांति नूं बनाए रखना बेहद जरूरी है। अरविंद केजरीवाल ने कहा कि वह पंजाब के सारे धर्मां दे लोकां नूं भरोसा देंदे ने कि जेकर उन्हां दी पार्टी की सरकार बनी तो सुरक्षा की जिम्मेवारी पूरी तरह निभाई जाएगी और देश की सुरक्षा ते कोई राजनीति नहीं होगी। 3 करोड़ पंजाबियों को यह आश्वस्त करना चाहता हूं कि आम आदमी पार्टी की सरकार आएगी तो आपकी सुरक्षा की जिम्मेदारी हमारी होगी। एक एक व्यक्ति की, एक एक व्यापारी की सुरक्षा की जिम्मेदारी हमारी होगी। दिल्ली में हम सरकार चला रहे हैं 7 साल से। केंद्र सरकार से हमारे बहुत सारे मतभेद हैं, होते ही हैं 2 सरकारों के बीच में। लेकिन आप लोगों ने देखा कि कभी भी हमने जब जब देश का मुद्दा आया, जब जब समाज का मुद्दा आया, जब जब लोगों का मुद्दा आया, हमने कभी राजनीति नहीं की उस पर। गुरदासपुर तो कांग्रेस के उगे नेता ते साबका केंद्रीय कानून मंत्री अश्विनी कुमार ने कांग्रेस पार्टी तो अस्तीफा दे दिता है। कांग्रेस प्रधान सोनिया गांधी नूं लिखे एक पत्र विच उन्होंने कहा कि मेरा यह फैसला दर्दनाक है। बहुत सोचने तो बाद मैं ये महसूस किया कि कांग्रेस दीयां अंदरूनी गतिविधियां जिस तरह चल रही ने, मैं अपने मान सम्मान नूं बरकरार नहीं रख सकता। इसलिए मैं कांग्रेस पार्टी तो अपना अस्तीफा दे रहा हाँ। बहुत देर इंतजार करने के बाद जब ऐसी आशा की किरण सामने नजर नहीं आई तो मैंने भरे दिल से फैसला लिया है। पर एक तरह से मैं एट ईज भी अपने आप को समझ रहा हूं, क्योंकि जो बंदिशें थी पहले हम पर बतौर मेंबर ऑफ द कांग्रेस पार्टी, अब वो नहीं है। इसलिए अपना रास्ता खुद चुनेंगे और देखेंगे कि देश की सेवा किस तरह, किस रूप में, कैसे आगे कर सकते हैं। कांग्रेस अब वो पार्टी नहीं है जो थी, और आने वाले समय में उसकी राजनीतिक भूमिका और भी कम होगी, ऐसा मेरा मानना है। आज़ादी का अमृत महोत्सव नूं समर्पित आज़ादी का सफर तहत असीं भारत की आज़ादी विच योगदान पाउण वाले वख-वख मन्ने परमन्ने ते गुमनाम आज़ादी संग्रामियों के जीवन के पहलुआं तो तुहानूं जाणू करवाउंदे हां। इस तों इलावा आज़ादी के संघर्ष नाल जुड़ियां होर गतिविधियां बारे भी दसदे हां। अज दी कड़ी विच असीं तुहानूं आज़ादी घुलाटिए नबीन चंद्र बरदोलाई, जहनूर अली, सिद्धेश्वर राजहंस, कलपति गणपति सुब्रमण्यन ਅਤੇ आमिर अली ਤੇ शेख मुराद खान बारे जानकारी दे रहे हैं। ਅੱਜ ਦੀ ਘੜੀ 'ਚ ਅਸੀਂ ਅਸਮ ਦੇ ਸੁਤੰਤਰਤਾ ਸੰਗਰਾਮੀ ਨਬੀਨ ਚੰਦਰ ਬਰਦੋਲਾਈ ਨੂੰ ਯਾਦ ਕਰ ਰਹੇ ਹਾਂ। ਉਹਨਾਂ ਦਾ ਜਨਮ 15 ਫਰਵਰੀ 1875 ਨੂੰ ਅਸਮ ਦੇ ਕਾਮਰੂਪ ਜ਼ਿਲ੍ਹੇ ਵਿੱਚ ਹੋਇਆ ਸੀ। ਉਹ 1920-1922 ਦੌਰਾਨ ਅਸਹਿਯੋਗ ਅੰਦੋਲਨ ਦੇ ਸਮੇਂ ਅਸਮ ਦੇ ਪ੍ਰਮੁੱਖ ਨੇਤਾ ਸਨ। ਉਹਨਾਂ ਨੇ ਆਪਣੇ ਵਧੀਆ ਕੰਮਾਂ ਅਤੇ ਜੀਵਨ ਸ਼ੈਲੀ ਰਾਹੀਂ ਖਾਦੀ ਦੇ ਉਦਯੋਗ ਅਤੇ ਅਹਿੰਸਾ ਦੇ ਸਿਧਾਂਤ ਦਾ ਬਹੁਤ ਪ੍ਰਚਾਰ ਕੀਤਾ। ਮੌਂਟੇਗਿਊ ਚੋਮਸਫੋਰਡ ਸੁਧਾਰਾਂ 'ਚ ਅਸਮ ਨੂੰ ਸ਼ਾਮਲ ਕਰਵਾਉਣ ਦੇ ਮੰਤਵ ਨਾਲ ਅਸਮ ਐਸੋਸੀਏਸ਼ਨ ਵਿੱਚ ਸ਼ਾਮਲ ਹੋਏ ਅਤੇ 1919 'ਚ ਇੰਗਲੈਂਡ ਚਲੇ ਗਏ। ਉਹਨਾਂ ਦੀ ਇਹ ਯਾਤਰਾ ਸਫਲ ਰਹੀ ਅਤੇ ਅਸਮ ਨੂੰ ਨਵੀਂ ਪ੍ਰਸ਼ਾਸਨਿਕ ਯੋਜਨਾ 'ਚ ਸ਼ਾਮਲ ਕੀਤਾ ਗਿਆ। 1920 'ਚ ਉਹ ਨਾਗਪੁਰ ਸੈਸ਼ਨ ਦੌਰਾਨ ਇੰਡੀਅਨ ਨੈਸ਼ਨਲ ਕਾਂਗਰਸ 'ਚ ਸ਼ਾਮਲ ਹੋਏ। ਬਰਦੋਲਾਈ ਨੇ ਅਸਮ 'ਚ ਕਾਂਗਰਸ ਦੀਆਂ ਗਤੀਵਿਧੀਆਂ ਨੂੰ ਅੱਗੇ ਵਧਾਉਣ ਅਤੇ ਅਸਹਿਯੋਗ ਅੰਦੋਲਨ 'ਚ ਲੋਕਾਂ ਦੀ ਹਿੱਸੇਦਾਰੀ ਵਧਾਉਣ ਦੀ ਜ਼ਿੰਮੇਵਾਰੀ ਸੰਭਾਲੀ। ਇਸ ਦੌਰਾਨ ਅਤੇ 1930 ਦੇ ਦਹਾਕੇ 'ਚ ਬਰਦੋਲਾਈ ਨੂੰ ਜੇਲ੍ਹ ਵੀ ਜਾਣਾ ਪਿਆ ਅਤੇ ਅੰਗਰੇਜ਼ਾਂ ਦਾ ਕਠੋਰ ਰਵੱਈਆ ਸਹਿਣਾ ਪਿਆ। ਬਰਦੋਲਾਈ ਨੇ ਇੰਡੀਅਨ ਨੈਸ਼ਨਲ ਕਾਂਗਰਸ 'ਚ ਕਈ ਅਹਿਮ ਅਹੁਦੇ ਸੰਭਾਲੇ।
ਉਹ 1926 ਵਿੱਚ ਕਾਂਗਰਸ ਦੇ ਪਾਂਡੂ ਅਧਿਵੇਸ਼ਨ ਦੀ ਸਵਾਗਤ ਸਮਿਤੀ ਦੇ ਮਹਾਸਚਿਵ ਸਨ। ਰਾਜਨੀਤਿਕ ਕਾਰਜਕਰਤਾ ਦੇ ਰੂਪ 'ਚ ਕੰਮ ਕਰਨ ਤੋਂ ਇਲਾਵਾ ਬਰਦੋਲਾਈ ਪ੍ਰਸਿੱਧ ਲੇਖਕ ਅਤੇ ਅਨੁਵਾਦਕ ਵੀ ਸਨ। ਉਹਨਾਂ ਦੇ ਜ਼ਿਆਦਾਤਰ ਲੇਖਾਂ 'ਚ ਦੇਸ਼ ਭਗਤੀ ਦੀ ਭਾਵਨਾ ਨੂੰ ਪ੍ਰਮੁੱਖਤਾ ਦਿੱਤੀ ਗਈ। ਬਰਦੋਲਾਈ ਦੇ ਸਮਰਪਣ, ਦ੍ਰਿੜਤਾ ਅਤੇ ਸਖਤ ਮਿਹਨਤ ਨੇ ਉਹਨਾਂ ਨੂੰ ਕਰਮਵੀਰ ਦੇ ਰੂਪ ਵਿੱਚ ਹਰਮਨ ਪਿਆਰਾ ਬਣਾਇਆ। ਮਹਾਨ ਸੁਤੰਤਰਤਾ ਸੈਨਾਨੀ ਨੂੰ ਸ਼ਤ-ਸ਼ਤ ਨਮਨ। ਅਸੀਂ ਸੁਤੰਤਰਤਾ ਸੈਨਾਨੀ ਜਹਾਂਨੂਰ ਅਲੀ ਨੂੰ ਯਾਦ ਕਰਦੇ ਹਾਂ। 15 ਫਰਵਰੀ 1922 ਨੂੰ ਅਸਮ ਦੀ ਸੂਰਮਾ ਘਾਟੀ ਦੇ ਪ੍ਰਸਿੱਧ ਸੁਤੰਤਰਤਾ ਸੈਨਾਨੀ ਜਹਾਂਨੂਰ ਅਲੀ ਭਵਿੱਖ ਦੀ ਰਾਜਨੀਤਿਕ ਕਾਰਵਾਈ ਤੇ ਚਰਚਾ ਲਈ ਲਗਭਗ 300 ਲੋਕਾਂ ਦੇ ਨਾਲ ਸਿਲਹਟ ਦੇ ਕਨਈ ਘਾਟ ਵਿੱਚ ਇਕੱਠੇ ਹੋਏ। ਹਾਲਾਂਕਿ ਇਸ ਬੈਠਕ ਲਈ ਸਥਾਨਕ ਪੁਲਿਸ ਦੀ ਮਨਜ਼ੂਰੀ ਲਈ ਗਈ ਸੀ, ਫਿਰ ਵੀ ਬ੍ਰਿਟਿਸ਼ ਅਧਿਕਾਰੀਆਂ ਨੇ ਅਚਾਨਕ ਇਹਨਾਂ ਲੋਕਾਂ ਨੂੰ 7 ਮਿੰਟ ਦੇ ਅੰਦਰ ਵਿਹੜਾ ਖਾਲੀ ਕਰਨ ਦਾ ਆਦੇਸ਼ ਦਿੱਤਾ। ਨਿਰਦੋਸ਼ ਲੋਕਾਂ ਦੀ ਗੱਲ ਸੁਣੇ ਬਿਨਾਂ ਹੀ ਪੁਲਿਸ ਨੇ ਅਚਾਨਕ ਗੋਲੀਬਾਰੀ ਚਾਲੂ ਕਰ ਦਿੱਤੀ ਅਤੇ ਗੋਲੀ ਲੱਗਣ ਨਾਲ ਜਹਾਂਨੂਰ ਅਲੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ। ਅਸੀਂ ਮਹਾਨ ਸੁਤੰਤਰਤਾ ਸੈਨਾਨੀ ਨੂੰ ਸਲਾਮ ਕਰਦੇ ਹਾਂ। ਅਸੀਂ ਸੱਤਿਆਗ੍ਰਹਿੀ ਸਿੱਧੇਸ਼ਵਰ ਰਾਜਹੰਸ ਨੂੰ ਵੀ ਯਾਦ ਕਰਦੇ ਹਾਂ, ਜਿਹੜੇ 15 ਫਰਵਰੀ 1932 ਨੂੰ ਸ਼ਹੀਦ ਹੋ ਗਏ ਸਨ। ਰਾਜਹੰਸ ਬਿਹਾਰ ਦੇ ਮੁੰਗੇਰ ਜ਼ਿਲ੍ਹੇ ਤੋਂ ਸਨ ਅਤੇ ਉਹਨਾਂ ਨੇ ਸਵਿਨਯ ਅਵਿਗਿਆ ਅੰਦੋਲਨ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ। ਮੁੰਗੇਰ ਦੀ ਕਾਂਗਰਸ ਕਮੇਟੀ ਨੇ 15 ਫਰਵਰੀ 1932 ਨੂੰ ਝੰਡਾ ਸੱਤਿਆਗ੍ਰਹਿ ਦਿਵਸ ਦੇ ਰੂਪ ਵਿੱਚ ਘੋਸ਼ਿਤ ਕੀਤਾ ਸੀ। ਰਾਜਹੰਸ ਉਸ ਭੀੜ ਵਿੱਚ ਸ਼ਾਮਲ ਹੋ ਗਏ ਜਿਹੜੀ ਤਾਰਾਪੁਰ ਥਾਣੇ ਉੱਤੇ ਝੰਡਾ ਲਹਿਰਾਉਣ ਦੇ ਮੰਤਵ ਨਾਲ ਇਕੱਠੀ ਹੋਈ ਸੀ। ਪੁਲਿਸ ਨੇ ਪਹਿਲਾਂ ਭੀੜ ਨੂੰ ਉੱਥੋਂ ਹਟਣ ਦੀ ਚੇਤਾਵਨੀ ਦਿੱਤੀ ਅਤੇ ਫਿਰ ਉਸ 'ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਇਸ ਵਿੱਚ ਰਾਜਹੰਸ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਅਤੇ ਉਹਨਾਂ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ। ਇਸ ਮਹਾਨ ਸ਼ਹੀਦ ਨੂੰ ਸਾਡਾ ਨਮਨ। ਅਸੀਂ ਗਾਂਧੀਵਾਦੀ ਅਤੇ ਪ੍ਰਸਿੱਧ ਕਲਾਕਾਰ ਕਲਪਤੀ ਗਣਪਤੀ ਸੁਬਰਾਮਨਿਅਮ ਨੂੰ ਵੀ ਯਾਦ ਕਰਦੇ ਹਾਂ, ਜਿਨ੍ਹਾਂ ਦਾ ਜਨਮ 15 ਫਰਵਰੀ 1924 ਨੂੰ ਕੇਰਲ ਦੇ ਕੁਥੂਪਰੰਬਾ ਵਿੱਚ ਹੋਇਆ ਸੀ। ਉਹ ਸੁਤੰਤਰਤਾ ਸੰਗਰਾਮ 'ਚ ਸਰਗਰਮ ਰੂਪ ਵਿੱਚ ਸ਼ਾਮਲ ਸਨ ਅਤੇ ਆਪਣੀ ਗਾਂਧੀਵਾਦੀ ਵਿਚਾਰਧਾਰਾ ਲਈ ਜਾਣੇ ਜਾਂਦੇ ਸਨ। ਸੁਤੰਤਰਤਾ ਅੰਦੋਲਨ ਵਿੱਚ ਯੋਗਦਾਨ ਲਈ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਬਾਅਦ ਵਿੱਚ ਸਰਕਾਰੀ ਮਹਾਵਿਦਿਆਲੇ ਵਿੱਚ ਉਹਨਾਂ ਦੀ ਨਿਯੁਕਤੀ 'ਤੇ ਰੋਕ ਲਗਾ ਦਿੱਤੀ ਗਈ। ਸੁਤੰਤਰਤਾ ਤੋਂ ਬਾਅਦ ਸੁਬਰਾਮਨਿਅਮ ਵੱਖ-ਵੱਖ ਸੱਭਿਆਚਾਰਕ ਕੰਮਾਂ, ਮਿੱਟੀ 'ਤੇ ਬਰਤਨ, ਮੂਰਤੀ ਕਲਾ, ਖਿਡੌਣੇ ਅਤੇ ਬੱਚਿਆਂ ਦੀਆਂ ਕਿਤਾਬਾਂ ਲਿਖਣ 'ਚ ਵਿਅਸਤ ਹੋ ਗਏ। ਇਸ ਮਹਾਨ ਭਾਰਤੀ ਨੂੰ ਸਾਡਾ ਨਮਨ। ਅਸੀਂ ਦਿੱਲੀ ਦੇ 2 ਨਿਵਾਸੀਆਂ ਨੂੰ ਵੀ ਯਾਦ ਕਰਦੇ ਹਾਂ, ਜਿਨ੍ਹਾਂ ਨੇ ਭਾਰਤੀ ਸੁਤੰਤਰਤਾ ਦੇ ਪਹਿਲੇ ਯੁੱਧ ਵਿੱਚ ਹਿੱਸਾ ਲਿਆ ਸੀ। ਉਹ ਨੇ ਅਮੀਰ ਅਲੀ ਅਤੇ ਸ਼ੇਖ ਮੁਰਾਦ ਖਾਨ। ਉਹਨਾਂ ਨੂੰ ਬ੍ਰਿਟਿਸ਼ ਸੈਨਿਕਾਂ ਨੇ ਫੜ ਲਿਆ ਅਤੇ ਮੌਤ ਦੀ ਸਜ਼ਾ ਸੁਣਾਈ। 15 ਫਰਵਰੀ 1858 ਨੂੰ ਉਹਨਾਂ ਨੂੰ ਫਾਂਸੀ ਦੇ ਦਿੱਤੀ ਗਈ ਸੀ। ਅਸੀਂ ਇਹਨਾਂ ਮਹਾਨ ਸ਼ਹੀਦਾਂ ਨੂੰ ਸਲਾਮ ਕਰਦੇ ਹਾਂ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਸ਼ੋਰ ਪ੍ਰਦੂਸ਼ਣ ਦੇ ਮਾਮਲੇ ਵਿੱਚ ਆਮ ਆਦਮੀ ਪਾਰਟੀ ਨੂੰ 5, ਕਾਂਗਰਸ ਨੂੰ 3 ਅਤੇ ਅਕਾਲੀ ਦਲ ਤੇ ਬਸਪਾ ਨੂੰ 2, PLC ਤੇ ਬੀਜੇਪੀ ਨੂੰ 1 ਅਤੇ ਆਜ਼ਾਦ ਉਮੀਦਵਾਰ ਪਰਮਜੀਤ ਸਿੰਘ ਨੂੰ 1 ਨੋਟਿਸ ਜਾਰੀ ਕੀਤਾ ਗਿਆ ਹੈ। ਮੁੱਖ ਚੋਣ ਅਧਿਕਾਰੀ ਡਾਕਟਰ ਐਸ ਕਰੁਣਾ ਰਾਜੂ ਨੇ ਚੰਡੀਗੜ੍ਹ ਵਿੱਚ ਦੱਸਿਆ ਕਿ ਸ਼ੋਰ ਪ੍ਰਦੂਸ਼ਣ ਤੇ ਨਜ਼ਰ ਰੱਖਣ ਲਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ ਟੀਮਾਂ ਤਾਇਨਾਤ ਕੀਤੀਆਂ ਗਈਆਂ ਨੇ। ਇਨ੍ਹਾਂ ਟੀਮਾਂ ਨੂੰ ਮਿੱਥੀ ਡੈਸੀਬਲ ਸੀਮਾ ਤੱਕ ਸ਼ੋਰ ਪ੍ਰਦੂਸ਼ਣ ਦੀ ਸਖਤੀ ਨਾਲ ਨਿਗਰਾਨੀ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ। ਉਨ੍ਹਾਂ ਕਿਹਾ ਕਿ ਹਰੇਕ ਜ਼ਿਲ੍ਹੇ ਵਿੱਚ ਚੋਣ ਪ੍ਰਚਾਰ ਤੇ ਨਿਗਰਾਨੀ ਲਈ ਬੋਰਡ ਨੇ ਇੱਕ ਨੋਡਲ ਅਧਿਕਾਰੀ ਵੀ ਨਿਯੁਕਤ ਕੀਤਾ ਹੈ। ਭਾਰਤ ਚੋਣ ਕਮਿਸ਼ਨ ਨੇ ਪੰਜਾਬ ਅਸੈਂਬਲੀ ਚੋਣਾਂ ਵਿੱਚ ਵੱਧ ਤੋਂ ਵੱਧ ਪੋਲਿੰਗ ਲਈ ਕਈ ਸਲੋਗਨ ਤਿਆਰ ਕੀਤੇ ਨੇ। ਇਨ੍ਹਾਂ ਰਾਹੀਂ ਲੋਕਾਂ ਨੂੰ ਆਪਣੇ ਵੋਟ ਦੇ ਹੱਕ ਦੀ ਵਰਤੋਂ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਕਰੋ ਚੋਣਾਂ ਦੀ ਤਿਆਰੀ, ਇਹ ਹੈ ਸਭ ਦੀ ਜ਼ਿੰਮੇਵਾਰੀ। ਤੁਹਾਡੀ ਵੋਟ ਹੀ ਤੁਹਾਡੀ ਆਵਾਜ਼ ਹੈ। ਵੋਟ ਪਾਉਣ ਜਾਣਾ ਹੈ, ਆਪਣਾ ਫਰਜ਼ ਨਿਭਾਉਣਾ ਹੈ। ਲੋਕਤੰਤਰ 'ਚ ਹਿੱਸੇਦਾਰੀ ਸਭ ਦੀ ਹੈ ਜ਼ਿੰਮੇਵਾਰੀ। ਔਰਤਾਂ, ਬੁੱਢੇ ਤੇ ਜਵਾਨ ਸਾਰੇ ਹੀ ਕਰੋ ਮਤਦਾਨ।
ਸ਼੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ ਅੱਜ ਜਲੰਧਰ ਸਮੇਤ ਪੰਜਾਬ ਵਿੱਚ ਵੱਖ-ਵੱਖ ਥਾਈਂ ਸ਼ੋਭਾ ਯਾਤਰਾਵਾਂ ਦਾ ਪ੍ਰਬੰਧ ਕੀਤਾ ਗਿਆ। ਜਲੰਧਰ ਵਿੱਚ ਇਹ ਸ਼ੋਭਾ ਯਾਤਰਾ ਬੂਟਾ ਮੰਡੀ ਤੋਂ ਸ਼ੁਰੂ ਹੋਈ ਅਤੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਚੋਂ ਲੰਘਦੀ ਹੋਈ ਭਗਵਾਨ ਵਾਲਮੀਕੀ ਚੌਂਕ ਤੇ ਖਤਮ ਹੋਈ। ਸ਼੍ਰੀ ਗੁਰੂ ਰਵਿਦਾਸ ਜੀ ਦੀ ਸ਼ਾਨਦਾਰ ਸਜਾਈ ਪਾਲਕੀ ਸਾਹਿਬ ਦੀ ਅਗਵਾਈ ਵਿੱਚ ਇਹ ਸ਼ੋਭਾ ਯਾਤਰਾ ਕੱਢੀ ਗਈ। ਰਸਤੇ ਵਿੱਚ ਕਈ ਥਾਈਂ ਸ਼ੋਭਾ ਯਾਤਰਾ ਦਾ ਸਵਾਗਤ ਫੁੱਲਾਂ ਦੀ ਵਰਖਾ ਨਾਲ ਕੀਤਾ ਗਿਆ ਅਤੇ ਲੰਗਰ ਲਾਏ ਗਏ। ਇਸ ਸ਼ੋਭਾ ਯਾਤਰਾ ਵਿੱਚ ਜ਼ਿਲ੍ਹੇ ਭਰ ਤੋਂ ਸ਼ਰਧਾਲੂ ਸ਼ਾਮਲ ਹੋਏ ਅਤੇ ਸ਼੍ਰੀ ਗੁਰੂ ਰਵਿਦਾਸ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ। इस दौरान जलंधर लागे मिठापुर इलाके में श्री गुरु रविदास प्रबंधक कमेटी वालों अज एक शोभा यात्रा का प्रबंध किया गया। श्री गुरु ग्रंथ साहिब जी की अगवाई में सजाई इस शोभा यात्रा में कीर्तनी और ढाडी जत्थियां समेत वड्डी गिनती में लोग शामिल हुए। यह शोभा यात्रा इलाके दी ਵੱਖ-ਵੱਖ ਥਾਵਾਂ ਤੋਂ ਹੁੰਦੀ ਹੋਈ देर शाम गुरुद्वारा पुजी। इस मौके गुरुद्वारा साहिब के प्रबंधक प्रेमपाल, संत बाबा दयाल सिंह और डॉक्टर कमलजीत समेत होर शख्सियतां मौजूद सन। ਭਾਰਤ ਅਤੇ ਵੈਸਟ ਇੰਡੀਜ਼ ਦਰਮਿਆਨ 3 T20 ਮੈਚਾਂ ਦੀ ਲੜੀ ਦਾ ਪਹਿਲਾ ਮੈਚ ਭਲਕੇ ਕੋਲਕਾਤਾ ਵਿੱਚ ਖੇਡਿਆ ਜਾਵੇਗਾ। ਭਾਰਤ ਦੇ ਦੌਰੇ ਤੇ ਆਈ ਵੈਸਟ ਇੰਡੀਜ਼ ਦੀ ਟੀਮ ਇਸ ਤੋਂ ਪਹਿਲਾਂ 3 ਇੱਕ-ਦਿਨਾ ਕ੍ਰਿਕਟ ਮੈਚਾਂ ਦੀ ਲੜੀ 3-0 ਦੇ ਫਰਕ ਨਾਲ ਹਾਰ ਚੁੱਕੀ ਹੈ। ਦੂਜਾ T20 ਮੈਚ 18 ਫਰਵਰੀ ਅਤੇ ਤੀਜਾ ਮੈਚ 20 ਫਰਵਰੀ ਨੂੰ ਖੇਡਿਆ ਜਾਵੇਗਾ। ਖਬਰਾਂ ਦੇ ਬੁਲੇਟਿਨ ਸਾਡੇ ਦਰਸ਼ਕ RNU DDK ਜਲੰਧਰ ਦੇ YouTube ਚੈਨਲ, Facebook ਪੇਜ ਅਤੇ Twitter ਹੈਂਡਲ ਤੇ ਵੀ ਵੇਖ ਸਕਦੇ ਨੇ। ਤੇ ਇਸ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੋਇਆ। ਮੈਂ ਮਾਸਕ ਲਗਾ ਕੇ ਸਟੂਡੀਓ ਤੋਂ ਬਾਹਰ ਜਾ ਰਹੀ ਹਾਂ। ਤੁਸੀਂ ਵੀ ਬਾਹਰ ਜਾਣ ਵੇਲੇ ਮਾਸਕ ਲਗਾ ਕੇ ਜਾਓ। ਇਜਾਜ਼ਤ ਦਿਓ। ਨਮਸਕਾਰ।